ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵੀਸਰਿਆ ਅਮਿਆ ਦ੍ਰਿਸ਼ਟ ਸ਼ੁਭ ਕਰੇ ਹਰੇ ਅਗੁ ਪਾਪ ਸਗਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪਹਿਲਾ। ਤੇ ਤੁਕੀ ਆਸਾ ਮਨਸਾ ਬੰਧਨਿ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੋਹਣਾ ਪੰਡਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਸੋਹਣਾ ਪੰਡਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਆਪ ਵੱਡੀ ਤਾਦਾਦ ਦੇ ਵਿੱਚ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠਦੇ ਹੋ। ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ। ਅੱਜ ਵੀ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਉਦਮ ਬਖਸ਼ਿਸ਼ ਕਰਕੇ ਆਪਣੀ ਸੰਗਤ ਦੀ ਦਾਤ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਗੁਰਮੁਖੋ ਅੱਜ ਇਸ ਪਾਵਨ ਅਸਥਾਨ 'ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੋਰਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 635 ਅਤੇ 36 ਅੰਗ 'ਤੇ ਸਬਾਏਮਾਨ ਹੈ। ਲੰਬੇਰਾ ਸ਼ਬਦ ਹੈ। ਰਹਾਉ ਦੀ ਪੰਕਤੀ ਤੱਕ ਮੈਂ ਆਪ ਸੰਗਤਾਂ ਨਾਲ ਇਹਦਾ ਪਾਠ ਸਾਂਝਾ ਕੀਤਾ। ਆਓ ਜਿੱਥੇ ਹੁਕਮਨਾਮੇ ਦੀ ਵਿਚਾਰ ਕਰਨੀ ਹੈ ਉੱਥੇ ਕੱਲ੍ਹ 2 ਪਵਿੱਤਰ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਗਏ ਸੀ। ਇੱਕ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਭ ਪੁਰਬ ਪਿਆਨਾ ਦਿਵਸ
ਜੋਤੀ ਜੋਤ ਦਿਵਸ। ਤੇ ਦੂਸਰਾ ਸੀ ਉਹਨਾਂ ਦੇ ਛੋਟੇ ਸਪੁੱਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ। ਕੱਲ੍ਹ ਦੇ ਦੀਵਾਨਾਂ ਵਿੱਚ ਮੈਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਸਨ। ਐਤਵਾਰ ਵਾਲੇ ਦਿਨ ਉਚੇਚੇ ਤੌਰ 'ਤੇ ਤੁਸੀਂ ਵੱਡੀ ਗਿਣਤੀ ਵਿੱਚ ਪਹੁੰਚਦੇ ਹੋ ਅਤੇ ਮਨ ਵਿੱਚ ਖਿਆਲ ਆਇਆ ਸੀ ਵੀ ਕਿਉਂ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਸੰਬੰਧ ਦੇ ਵਿੱਚ ਅੱਜ ਦੇ ਦਿਨ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਜਾਣ। ਆਓ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਦੋ ਪੁੱਤਰਾਂ ਦਾ ਜਨਮ ਹੈ। ਵੱਡੇ ਸਨ ਬਾਬਾ ਰਾਮ ਰਾਏ ਜੀ ਜੋ ਬਹੁਤ ਆਲਾ ਵਿਦਵਾਨ, ਉਹਨਾਂ ਤੋਂ ਛੋਟੇ ਸਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਜਿਸ ਵੇਲੇ ਅਰਦਾਸ ਆਪਾਂ ਕਰਦੇ ਹਨ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਹੇ ਤੇ ਪੂਰੀ ਇੱਕ ਲੰਬੇਰੀ ਪੰਕਤੀ ਉਹਨਾਂ ਨੇ ਉਚਾਰਨ ਕੀਤੀ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰੇਮ ਦੇ ਨਾਲ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਧਿਆਉਂਦਾ ਹੈ, ਯਾਦ ਕਰਦਾ ਹੈ, ਤੇ ਜਿਹੜਾ ਪ੍ਰੇਮ ਵਿੱਚ ਭਿੱਜ ਕੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਡਿੱਠੇ ਦੇ ਅਰਥ ਹੁੰਦੇ ਨੇ ਵੇਖਣਾ। ਵੇਖਣ ਤੋਂ ਭਾਵ ਹੈ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਭਾਵਨਾ ਦੇ ਨਾਲ ਉਹਨਾਂ ਦੇ ਦਰਸ਼ਨ ਕਰਦਾ ਹੈ, ਉਹਨਾਂ ਦੇ ਇੱਕ ਨਹੀਂ ਦੋ ਨਹੀਂ ਸਾਰੇ ਦੁੱਖ ਹੀ ਖਤਮ ਹੋ ਜਾਂਦੇ। ਗੁਰੂ ਨੂੰ ਵੇਖਣ ਦੇ ਨਾਲ, ਗੁਰੂ ਦੇ ਦਰਸ਼ਨ ਕਰਨ ਦੇ ਨਾਲ ਤੇ ਗੁਰੂ ਨੂੰ ਯਾਦ ਕਰਨ ਦੇ ਨਾਲ। ਕੋਈ ਸ਼ੱਕ ਨਹੀਂ ਗੁਰਮੁਖੋ, ਜਿਸ ਵੇਲੇ ਗੁਰੂ ਕਿਤੇ ਮਿਹਰ ਕਰਕੇ ਆਪਣੀ ਨਜ਼ਰ ਕਿਸੇ ਸਿੱਖ ਤੇ ਪਾ ਦਿੰਦਾ, ਮੈਂ ਇਕੱਲਾ ਸਿੱਖ ਪਰ ਕੋਈ ਵੀ ਹੋਵੇ, ਗੁਰੂ ਘਰ ਦੇ ਵਿੱਚ ਕੋਈ ਵਿਤਕਰਾ ਨਹੀਂ, ਕੋਈ ਮੁਸਲਮਾਨ ਵੀਰ ਆਉਂਦਾ ਹੈ, ਕੋਈ ਹਿੰਦੂ ਵੀਰ ਆਉਂਦਾ ਹੈ, ਕੋਈ ਈਸਾਈ ਆਉਂਦਾ ਹੈ, ਕੋਈ ਸਿੱਖ, ਜਿਹੜਾ ਵੀ ਮਰਜ਼ੀ ਆਵੇ, ਜਿਹਦੇ ਤੇ ਗੁਰੂ ਨਜ਼ਰ ਭਰ ਕੇ ਤੱਕ ਲੈਂਦੇ ਨੇ ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਦੁੱਖ ਖਤਮ ਹੋ ਜਾਣ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਉਮਰ 5 ਸਾਲ ਤੇ 3 ਮਹੀਨਿਆਂ ਦੀ ਪ੍ਰਿੰਸੀਪਲ ਸਤਬੀਰ ਸਿੰਘ ਨੇ ਜ਼ਿਕਰ ਕੀਤਾ। ਉਹਨਾਂ ਦਾ ਆਗਮਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਸਨ 1656 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਮਾਤ ਕ੍ਰਿਸ਼ਨ ਕੌਰ ਜੀ ਦੀ ਕੁੱਖ ਦੇ ਵਿੱਚ ਹੋਇਆ। ਕਿਸੇ ਨੇ ਕਿਸ਼ਨ ਕੌਰ ਲਿਖਿਆ, ਉਹਨਾਂ ਦੀ ਕੁੱਖ ਦੇ ਵਿੱਚੋਂ ਜਿਹੜਾ ਅੱਜ ਆਪਾਂ ਅਸਥਾਨ ਦੇਖਦੇ ਹਾਂ ਸ਼ੀਸ਼ ਮਹਿਲ, ਉਸ ਅਸਥਾਨ ਤੇ ਹੋਇਆ। ਹਲੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਉਮਰ 5 ਸਾਲ ਤੇ 3 ਮਹੀਨੇ ਦੀ ਹੋਈ। ਅੱਜ ਸਮਾਂ ਆਇਆ ਸਨ 1661 ਈਸਵੀ ਦਾ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਪ੍ਰਭ ਪ੍ਰਭਿਆਨਾ ਕਰਨ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਨੂੰ ਨਹੀਂ, ਆਪਣੇ ਛੋਟੇ ਸਪੁੱਤਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਵਾਰਸ ਬਣਾ ਦਿੱਤਾ। ਆਪ ਪਰ ਪ੍ਰਭਿਆਨਾ ਕਰ ਗਏ। ਉਸ ਵੇਲੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਐਸੀਆਂ ਵਿਚਾਰਾਂ ਪੈਦਾ ਹੋ ਗਈਆਂ, ਭਰਮ ਪੈਦਾ ਹੋ ਗਏ ਵੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇਹ ਕੀ ਕੀਤਾ ਹੈ। ਪੁੱਛਿਆ ਜੀ ਕਿਉਂ? ਕਹਿਣ ਲੱਗੇ 5 ਸਾਲ ਦਾ ਉਹਨਾਂ ਦਾ ਬੱਚਾ ਹੈ ਪੁੱਤਰ, ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਵਾਰਸ ਬਣਾ ਦਿੱਤਾ। ਕਿ 5 ਸਾਲ ਦਾ ਬੱਚਾ ਸਿੱਖ ਸੰਗਤ ਦੀ ਅਗਵਾਈ ਕਰ ਸਕਦਾ? 5 ਸਾਲ ਦੇ ਬੱਚੇ ਨੂੰ ਤੇ ਆਪਣੀ ਕਿਰਿਆ ਦਾ ਵੀ ਨਹੀਂ ਪਤਾ ਲੱਗਦਾ ਵੀ ਕਿਵੇਂ ਸੁਧ ਨਹੀਂ, ਆਪਣੀ ਨਹੀਂ ਸੰਭਾਲ ਕਰ ਸਕਦਾ, ਉਹ ਸੰਗਤ ਦੀ ਸੰਭਾਲ ਕੀ ਕਰੇ। ਇਹ ਉਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਤਰਕ ਪੈਦਾ ਹੋਇਆ। ਪਰ ਮੈਂ ਬੇਨਤੀ ਕਰਾਂ ਗੁਰਮੁਖੋ, ਜਦੋਂ ਕਿਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਜ਼ਰ ਪੈਂਦੀ ਹੈ ਨਾ, ਜਦੋਂ ਪਰਮਾਤਮਾ ਦੀ ਕਿਸੇ ਤੇ ਬਖਸ਼ਿਸ਼ ਹੁੰਦੀ ਹੈ, ਫਿਰ ਬੱਚਾ ਵੀ ਬਜ਼ੁਰਗ ਬਣ ਜਾਂਦਾ। ਬਜ਼ੁਰਗ ਤੋਂ ਭਾਵ
ਦੁਨੀਆ ਦੀ ਸਾਰੀ ਸਿਆਣਪ ਉਹਦੇ ਅੰਦਰ ਘਰ ਕਰ ਜਾਂਦੀ ਹੈ। ਸਾਡੇ ਸਿੱਖ ਵਿਦਵਾਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਜਦੋਂ ਗੁਰਤਾ ਗੱਦੀ ਦਾ ਦਿਨ ਆਇਆ ਤੇ ਦੋ ਤਿੰਨ ਉਦਾਹਰਨਾਂ ਬੜੀਆਂ ਕਮਾਲ ਦੀਆਂ ਦਿੱਤੀਆਂ, ਕਿਉਂਕਿ ਸਾਡੇ ਮਨ ਵਿੱਚ ਵੀ ਹੋ ਸਕਦਾ ਕਿਤੇ ਖਿਆਲ ਪੈਦਾ ਜੇ ਵੀ 5 ਸਾਲ ਦਾ ਬੱਚਾ ਵਾਕਈ ਸਾਡੀ ਅਗਵਾਈ ਕਰ ਸਕਦਾ, ਗੁਰੂ ਬਣ ਸਕਦਾ। ਤੇ ਸੰਤ ਸਿੰਘ ਜੀ ਮਸਕੀਨ ਸਾਹਿਬ ਹੁਣਾਂ ਨੇ ਬਹੁਤ ਸੋਹਣਾ ਖੁਲਾਸਾ ਕੀਤਾ। ਉਹ ਕਹਿੰਦੇ ਨੇ, ਸਿੱਖਾ ਜਦੋਂ ਤੂੰ ਗੁਰਬਾਣੀ ਪੜ੍ਹਦਾ ਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕੁਝ ਭਗਤਾਂ ਦਾ ਜ਼ਿਕਰ, 15 ਭਗਤਾਂ ਦੀ ਤੇ ਬਾਣੀ ਹੈ ਨਾ, 2 ਭਗਤਾਂ ਦਾ ਹੋਰ ਵੀ ਨਾਮ ਆਇਆ। ਉਹ ਕਹਿਣ ਲੱਗੇ ਕਦੀ ਉਹਨਾਂ ਨੂੰ ਪੜ੍ਹ ਕੇ ਵੇਖ, ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ। ਉਹ ਭਗਤ ਨੇ ਬਾਬਾ ਸ਼ੇਖ ਫਰੀਦ ਸਾਹਿਬ ਜੀ। ਉਹਨਾਂ ਦੀ ਉਮਰ ਜਿਸ ਵੇਲੇ ਭਗਤੀ ਦੇ ਰੰਗ ਵਿੱਚ ਰੰਗੇ ਗਏ ਨੇ ਨਾ, ਉਹਨਾਂ ਦੀ ਉਮਰ ਵੀ 5-6 ਸਾਲ ਦੀ ਸੀ। ਉਸ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬੋਲ ਪੜ੍ਹਦੇ ਹਾਂ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇੱਕ ਪੰਕਤੀ ਵਿੱਚ 2 ਭਗਤਾਂ ਦਾ ਜ਼ਿਕਰ ਆਇਆ, ਭਗਤ ਧਰੂ ਜੀ ਤੇ ਭਗਤ ਪ੍ਰਹਿਲਾਦ ਜੀ। ਜਦੋਂ ਤੁਸੀਂ ਇਹਨਾਂ ਦਾ ਹਿਸਟਰੀ ਪੜ੍ਹਨੀ ਹੋਵੇ ਨਾ, ਇਤਿਹਾਸ ਪੜ੍ਹਨਾ ਹੋਵੇ, ਤੇ ਭਗਤ ਮਾਲ ਨੂੰ ਪੜ੍ਹ ਕੇ ਵੇਖਿਆ, ਉਹਦੇ ਵਿੱਚ ਇਹਨਾਂ ਦੀ ਬਹੁਤ ਸੋਹਣੀ ਹਿਸਟਰੀ ਬਿਆਨ ਕੀਤੀ ਗਈ। ਤੇ ਇਹ ਜਿਹੜੇ ਬੱਚੇ ਨੇ ਨਾ, ਭਗਤ ਪ੍ਰਹਿਲਾਦ ਤੇ ਭਗਤ ਧਰੂ ਜੀ, ਇਹ ਕੋਈ 50 ਸਾਲ ਦੀ ਉਮਰ ਦੇ ਵਿੱਚ ਭਗਤ ਨਹੀਂ ਸਨ ਬਣੇ, ਇੱਕ ਤੇ 90 ਸਾਲ ਦੀ ਉਮਰ ਵਿੱਚ ਭਗਤ ਨਹੀਂ ਬਣੇ। ਇਹਨਾਂ ਦੀ ਉਮਰ ਵੀ 5-5 ਸਾਲ ਦੀ ਸੀ ਜਦੋਂ ਭਗਤੀ ਦੇ ਰੰਗ ਵਿੱਚ ਰੰਗੇ। ਤੇ ਮਸਕੀਨ ਸਾਹਿਬ ਇਸ ਗੱਲ ਤੇ ਜ਼ੋਰ ਦਿੰਦੇ ਸੀ, ਭਾਈ ਜੇ 5-5 ਸਾਲ ਦੇ ਬੱਚੇ ਭਗਤ ਧਰੂ ਤੇ ਭਗਤ ਪ੍ਰਹਿਲਾਦ ਉਹ ਭਗਤ ਬਣ ਸਕਦੇ, ਜੇ ਬਾਬਾ ਫਰੀਦ ਸਾਹਿਬ ਜੀ 5-6 ਸਾਲ ਦੀ ਉਮਰ ਦੇ ਵਿੱਚ ਭਗਤ ਬਣ ਸਕਦੇ ਨੇ, ਤੇ ਕੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ 5 ਸਾਲ ਦੀ ਉਮਰ ਦੇ ਵਿੱਚ ਗੁਰੂ ਨਹੀਂ ਬਣ ਸਕਦੇ? ਨਾ ਤਰਕ ਕਰਿਆ। ਅੱਜ ਉਹੀ ਜੋਤ ਜਿਹੜੀ 94 ਸਾਲ ਦੀ ਉਮਰ ਦੇ ਵਿੱਚ ਬਾਬਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਸੀ, ਅੱਜ ਉਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ 5 ਸਾਲ ਦੇ ਬੱਚੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੰਦਰ ਪ੍ਰਗਟ ਹੋ ਗਈ। ਸਾਡੇ ਸਿੱਖ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਨੇ 3 ਕੁ ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਵਾਰਸ ਬਣ ਕੇ ਤੇ ਸਿੱਖ ਸੰਗਤਾਂ ਦੇ ਬਖਸ਼ਾਂ ਕੀਤੀਆਂ। ਕੁਝ ਕੁ ਸਮਾਂ ਉਹਨਾਂ ਦਾ, ਕਿਉਂਕਿ ਹੁਕਮਨਾਮੇ ਦੇ ਅਰਥ ਕਰਨੇ ਨੇ ਲੰਬੇਰਾ, ਬਸ ਇੱਕ ਉਦਾਹਰਨ, ਇੱਕ ਸਾਖੀ ਕਹਿ ਲਈਏ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚੋਂ ਜ਼ਰੂਰ ਸਾਂਝੀ ਕਰ ਲਈਏ, ਕਿਉਂਕਿ ਹੋ ਸਕਦਾ ਹੈ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਅਸੀਂ ਮਨਾ ਰਹੇ ਹਾਂ, ਉਸ ਗੁਰੂ ਦੇ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ, ਤਾਂ ਕਿ ਸਾਡੇ ਹਿਰਦੇ ਵਿੱਚ ਵੀ ਪਰਮਾਤਮਾ ਦਾ ਨਾਮ ਟਿਕ ਜਾਏ। ਕੁਝ ਸਮਾਂ ਉਹਨਾਂ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ। ਬਸ ਇੱਥੇ ਉਹਨਾਂ ਨੇ ਦਿੱਲੀ ਵੱਲ ਨੂੰ ਰਵਾਨਗੀ ਸ਼ੁਰੂ ਕੀਤੀ ਸੀ, ਜਿੱਥੇ ਸਿੱਖ ਸੰਗਤਾਂ ਨੇ ਯਾਦ ਕੀਤਾ। ਸਭ ਤੋਂ ਪਹਿਲਾਂ ਔਰੰਗਜ਼ੇਬ ਬਾਦਸ਼ਾਹ ਦੇ ਅਹਿਲਕਾਰ ਆਏ ਸਨ, ਪਰ ਮਹਾਰਾਜ ਜੀ ਨੇ ਮਨਾ ਕਰ ਦਿੱਤਾ ਸੀ। ਕਹਿਣ ਲੱਗੇ, ਗੁਰੂ ਪਿਤਾ ਨੇ ਅਖੀਰਲੇ ਵੇਲੇ ਹੁਕਮ ਕੀਤਾ ਸੀ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਨਾ, ਤੇ ਬਚਨ ਕਹਿ ਦਿੱਤੇ ਸੀ, ਬੇਟਾ ਵਾਹ ਲੱਗਦੀ ਦਿੱਲੀ ਜਾਣਾ ਨਹੀਂ, ਤੇ ਜੇ ਦਿੱਲੀ ਜਾਣਾ ਪੈ ਜੇ ਤੇ ਨਹਿ ਮਲੇਸ਼ ਕੋ ਦਰਸ਼ਨ ਦੇ। ਉਸ ਮਲੇਸ਼ ਬਾਦਸ਼ਾਹ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਪਾੜ ਪਾਉਂਦਾ। ਅੱਜ ਜਿਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਨੇ, ਉਸੇ ਔਰੰਗਜ਼ੇਬ ਬਾਦਸ਼ਾਹ ਦੇ ਅਹਿਲਕਾਰ ਆਏ ਨੇ, ਤੇ ਉਹਨਾਂ ਨੇ ਆਣ ਕੇ ਕਹਿ ਦਿੱਤਾ ਸੀ, ਮਹਾਰਾਜ ਹਿੰਦੁਸਤਾਨ ਦੇ ਬਾਦਸ਼ਾਹ ਨੇ ਤੁਹਾਨੂੰ ਯਾਦ ਕੀਤਾ, ਦਿੱਲੀ ਬੁਲਾਇਆ। ਤੇ ਵੇਖੋ ਉਮਰ ਛੋਟੀ ਏ, ਪਰ ਇੰਨਾ ਜਜ਼ਬਾ, ਉੱਚੀ ਆਵਾਜ਼ ਭਰੇ ਦਰਬਾਰ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦੇ ਅਹਿਲਕਾਰਾਂ ਨੂੰ ਬਚਨ ਕਹਿ ਦਿੱਤੇ ਸੀ, ਪਿਤਾ ਦਾ ਹੁਕਮ ਹੈ ਨੈ ਮਲੇਸ਼ ਕੋ ਦਰਸ਼ਨ ਦੇ। ਕਿੱਡੀ ਜ਼ਰੂਰਤ, ਇੱਕ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਤੇ ਉਹਨੂੰ ਮਲੇਸ਼ ਕਹਿ ਦੇਣਾ, ਕਿਸੇ ਬੰਦੇ ਦੀ ਹੈ ਜ਼ਰੂਰਤ? ਨਹੀਂ, ਇਹ ਗੁਰੂ ਹੀ ਕਹਿ ਸਕਦੇ, ਕਿਉਂਕਿ ਗੁਰੂ ਤੋਂ ਵੱਡਾ ਕੋਈ ਪਾਤਸ਼ਾਹ ਨਹੀਂ। ਗੁਰੂ ਦੇ ਸਾਹਮਣੇ ਇਹ ਕੀੜਿਆਂ ਮਕੌੜਿਆਂ ਦੀ ਦਰਾਣੀ ਦੁਨੀਆ ਦੇ ਬਾਦਸ਼ਾਹ। ਮਹਾਰਾਜ ਜੀ ਨੇ ਉਹਦੇ ਅਹਿਲਕਾਰਾਂ ਨੂੰ ਬਚਨ ਕਹਿ ਦਿੱਤੇ ਸੀ, ਗੁਰੂ ਪਿਤਾ ਦਾ ਹੁਕਮ ਹੈ, ਸਿਰ ਮੱਥੇ ਮੰਨਾਂਗਾ, ਉਸ ਮਲੇਸ਼ ਨੂੰ ਦਰਸ਼ਨ ਨਹੀਂ ਦੇਣ, ਦਿੱਲੀ ਨਹੀਂ ਜਾਣਾ। ਉਸ ਤੋਂ ਬਾਅਦ ਗੁਰੂ ਨਾਨਕ ਦੇ ਘਰ ਦੇ ਸਿੱਖ ਆਏ ਨੇ, ਜਿਨ੍ਹਾਂ ਨੂੰ ਆਪਾਂ ਇਤਿਹਾਸ ਵਿੱਚ ਰਾਜਾ ਜੈ ਸਿੰਘ ਦੇ ਨਾਮ ਨਾਲ ਜਾਣ। ਉਹਨੇ ਆਣ ਕੇ ਬੇਨਤੀ ਕੀਤੀ ਸੀ, ਮਹਾਰਾਜ
ਦਿੱਲੀ ਦੇ ਵਿੱਚ ਇਕੱਲਾ ਔਰੰਗਜ਼ੇਬ ਬਾਦਸ਼ਾਹ ਹੀ ਨਹੀਂ ਜੇ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਸੰਗਤਾਂ ਵੀ, ਕਿ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਨਹੀਂ ਜਾਓਗੇ। ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਕਹਿ ਦਿੱਤੇ ਸੀ, ਰਾਜਨ ਜੇ ਸੰਗਤ ਦੀ ਗੱਲ ਏ ਤੇ ਅੱਜ ਹੀ ਮੈਂ ਉੱਥੇ ਜਾਵਾਂ, ਪਰ ਕਹਿਣ ਲੱਗੇ ਮੇਰਾ ਬਚਨ ਚੇਤੇ ਰੱਖੀ, ਔਰੰਗਜ਼ੇਬ ਬਾਦਸ਼ਾਹ ਨੂੰ ਮਲਾਉਣ ਦਾ ਯਤਨ ਨਾ ਕਰੇ, ਸਾਡੇ ਸਾਹਮਣੇ ਨਾ ਲੈ ਕੇ। ਇੱਥੋਂ ਮਹਾਰਾਜ ਜੀ ਤੁਰੇ, ਕੁਝ ਰਸਤੇ ਵਿੱਚ ਪੜਾਅ ਕੀਤੇ ਨੇ। ਪੰਜੋਖੜਾ ਸਾਹਿਬ ਜਦੋਂ ਅੰਬਾਲਾ ਨਗਰੀ ਵਿੱਚ ਤੁਸੀਂ ਜਾਂਦੇ ਉੱਥੇ ਵੇਖਦੇ ਹੋ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ੋਅ ਅਸਥਾਨ ਹੈ, ਜਿੱਥੇ ਮਹਾਰਾਜ ਜੀ ਨੇ ਇੱਕ ਗੁੰਗੇ ਦੇ ਕੋਲ, ਕਿਉਂਕਿ ਸਮਾਂ ਨਹੀਂ ਨਾ ਆਪਣੇ ਕੋਲ ਥੋੜਾ, ਇੱਕ ਗੁੰਗੇ ਦੇ ਸਿਰ ਤੇ ਛੜੀ ਰੱਖੀ ਸੀ, ਆਪਣੀ ਨਜ਼ਰ ਭਰ ਕੇ ਤੱਕਿਆ ਸੀ, ਤੇ ਜਿਹੜਾ ਗੁੰਗਾ ਵੀ ਸੀ ਬੋਲਾ ਵੀ ਸੀ, ਇਹਨਾਂ ਆਲਾ ਵਿਦਵਾਨ ਬਣ ਗਿਆ। ਪੰਡਤ ਨੇ ਵੀ ਉਹਦੇ ਮਹਾਰਾਜ ਜੀ ਦੇ ਹੁਕਮ ਮੰਨ ਕੇ ਉਹਦੇ ਸਾਹਮਣੇ ਮੱਥਾ ਟੇਕ ਦਿੱਤਾ। ਇੱਥੋਂ ਮਹਾਰਾਜ ਜੀ ਗਏ ਨੇ ਦਿੱਲੀ। ਦਿੱਲੀ ਦੀ ਘਟਨਾ ਇੱਕ ਜ਼ਰੂਰ ਸਾਂਝੀ ਕਰਾਂਗੇ। ਵੇਖੋ ਇਹ ਅੱਜ ਵੀ ਸਾਡੇ ਮਨਾਂ ਦੇ ਵਿੱਚ ਨਾ ਸ਼ੰਕੇ ਪੈਦਾ ਹੁੰਦੇ। ਰੱਬ ਮਿਹਰ ਕਰੇ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਆ ਨਾ, ਇੱਥੇ ਕਦੀ ਸ਼ੰਕਾ ਨਾ ਕਰੀਏ ਵੀ ਗੁਰੂ ਆ ਕਰ ਸਕਦਾ, ਗੁਰੂ ਸਾਡੇ ਅੰਦਰ ਦੀਆਂ ਜਾਣਦਾ ਹੈ, ਗੁਰੂ ਦੇ ਕੋਲ ਦਾਤਾਂ ਮਿਲਣਗੇ, ਬਿਲਕੁਲ ਸ਼ੰਕਾ ਨਹੀਂ ਕਰਨਾ, ਤਾਂ ਸਾਡੀਆਂ ਝੋਲੀਆਂ ਭਰਨਗੇ। ਜਿਸ ਵੇਲੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਪ੍ਰਵੇਸ਼ ਕਰਨ ਲੱਗੇ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਉਹਦੀ ਰਾਣੀ ਦੇ ਮਨ ਵਿੱਚ ਇਹ ਹੀ ਭਰਮ ਪੈਦਾ ਹੋਇਆ ਸੀ। ਕਹਿਣ ਲੱਗੇ ਛੋਟਾ ਜਿਹਾ ਬੱਚਾ, ਮੈਂ ਇਹਨੂੰ ਮੱਥਾ ਟੇਕਾਂ, ਕੀ ਇਹ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਵਾਰਸ ਹੋ ਸਕਦੇ ਨੇ? ਉਹ ਤੇ ਬੜੇ ਕਰਾਮਾਤੀ ਸਨ, ਇਹਨਾਂ ਵਿੱਚ ਵੀ ਕੋਈ ਕਰਾਮਾਤ ਹੈ, ਕੋਈ ਸ਼ਕਤੀ ਹੈ, ਕੋਈ ਤਾਕਤ ਹੈ? ਮਨ ਵਿੱਚ ਫੁਰਨਾ ਪੈਦਾ ਹੋਇਆ। ਕਹਿਣ ਲੱਗੇ ਮੈਂ ਨਹੀਂ ਮੱਥਾ ਟੇਕਾਂਗਾ। ਪੁੱਛਿਆ ਕਿਵੇਂ ਮੱਥਾ ਟੇਕ? ਕਹਿਣ ਲੱਗੇ ਜੀ ਮੇਰੇ ਮਨ ਦਾ ਸ਼ੰਕਾ ਨਿਵਰਤ ਕਰਨਾ। ਉਸ ਵੇਲੇ ਨੇ ਕੀ ਕੀਤਾ? ਕਹਿਣ ਲੱਗੇ ਜੇ ਮੈਨੂੰ ਰਾਣੀਆਂ ਦੇ ਵਿੱਚੋਂ ਪਹਿਚਾਣ ਲੈਣ ਵੀ ਆਹ ਹੀ ਰਾਜਾ ਜੈ ਸਿੰਘ ਦੀ ਰਾਣੀ, ਤਾਂ ਮੈਂ ਮੱਥਾ ਟੇਕਾਂ। ਉਸੇ ਵੇਲੇ ਕੀ ਕੀਤਾ? ਜਿਹੜੇ ਸ਼ਾਹੀ ਲਿਬਾਸ ਸੀ, ਰਾਣੀਆਂ ਵਾਲੇ ਵਸਤਰ ਉਹ ਲਾ ਦਿੱਤੇ ਤੇ ਗੋਲੀਆਂ ਵਾਲੇ ਵਸਤਰ ਪਾ ਲਏ, ਨੌਕਰਾਣੀਆਂ ਵਾਲੇ ਕੱਪੜੇ ਪਾ ਲਏ, ਤੇ ਰਾਣੀਆਂ ਦੇ ਵਿੱਚ ਨਹੀਂ ਬੈਠੀ, ਜਿੱਥੇ ਘਰ ਦੀਆਂ ਨੌਕਰਾਣੀਆਂ ਗੋਲੀਆਂ ਬੈਠੀਆਂ ਸੀ ਉਹਨਾਂ ਦੇ ਵਿੱਚ ਲੋਕ ਕੇ ਬਹਿ ਗਏ। ਵੀ ਵੇਖਦੇ ਆ ਵੀ ਛੋਟਾ ਬੱਚਾ ਜਿਹੜਾ ਗੁਰੂ ਬਣ ਕੇ ਸਾਡੇ ਘਰ ਵਿੱਚ ਆਇਆ, ਪਹਿਚਾਣਦਾ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਅੰਤਰਜਾਮੀ ਸਤਿਗੁਰੂ। ਜਿਸ ਵੇਲੇ ਇਹਨਾਂ ਦੇ ਮਹੱਲਾਂ ਵਿੱਚ ਪ੍ਰਵੇਸ਼ ਕੀਤਾ, ਉਹ ਕਿਹੜਾ ਅਸਥਾਨ ਸੀ ਜਿੱਥੇ ਅੱਜ ਤੁਸੀਂ ਜਾ ਕੇ ਨਤਮਸਤਕ ਹੁੰਦੇ? ਬੰਗਲਾ ਸਾਹਿਬ। ਇਹ ਰਾਜਾ ਜੈ ਸਿੰਘ ਦਾ ਬੰਗਲਾ ਸੀ, ਉਹਨੂੰ ਸਾਹਿਬ ਨਹੀਂ ਸੀ ਕਿਹਾ ਜਾਂਦਾ। ਪਰ ਜਿਸ ਦਿਨ ਸਾਹਿਬ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਪੈ ਗਏ, ਉਸ ਦਿਨ ਤੋਂ ਕੱਲਾ ਬੰਗਲਾ ਨਹੀਂ, ਅੱਜ ਅਸੀਂ ਸਾਰੀਆਂ ਸਿੱਖ ਸੰਗਤਾਂ ਬੰਗਲਾ ਸਾਹਿਬ ਕਹਿ ਕੇ ਉੱਥੇ ਮੱਥਾ ਟੇਕ। ਇਹ ਉਹ ਸਥਾਨ ਜਦੋਂ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ, ਸਤਿਗੁਰਾਂ ਨੇ ਵੇਖ ਲਿਆ ਵੀ ਰਾਣੀ ਦੇ ਮਨ ਵਿੱਚ ਭੜਕਣਾ ਪੈਦਾ ਹੋ ਗਿਆ, ਤਰਕ ਪੈਦਾ ਹੋ ਗਈ। ਤੇ ਉਹ ਗੁਰੂ ਹੀ ਕਿਹੜਾ ਹੈ ਜਿਹੜਾ ਆਪਣੇ ਸਿੱਖ ਦਾ ਸ਼ੰਕਾ ਨਿਵਰਤ ਨਾ ਕਰ ਸਕੇ, ਜਿਹੜਾ ਆਪਣੇ ਸਿੱਖ ਦੇ ਅੰਦਰ ਦੀਆਂ ਜਾਣ ਨਾ ਸਕੇ? ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ, ਚਰਨ ਪਾਏ, ਆਪਣੇ ਹੱਥ ਵਿੱਚ ਛੜੀ ਸੀ। ਜਿਸ ਵੇਲੇ ਰਾਣੀਆਂ ਬੈਠੀਆਂ, ਇੱਕ ਇੱਕ ਦੇ ਸਿਰ ਤੇ ਛੜੀ ਰੱਖ ਕੇ ਕਹਿਣ ਲੱਗੇ ਆ ਵੀ ਰਾਣੀ ਨਹੀਂ, ਆ ਵੀ ਰਾਣੀ ਨਹੀਂ, ਆ ਵੀ ਰਾਣੀ ਨਹੀਂ। ਜਿੱਥੇ ਗੋਲੀਆਂ ਵਾਲੇ ਕੱਪੜੇ ਪਾ ਕੇ ਪਿੱਛੇ ਪਟਰਾਣੀ ਬੈਠੀ ਸੀ ਨਾ, ਉਹਦੇ ਸਿਰ ਤੇ ਛੜੀ ਰੱਖ ਕੇ ਮਹਾਰਾਜ ਜੀ ਨੇ ਕਹਿ ਦਿੱਤਾ ਆ ਰਾਣੀ ਹੈ। ਬਸ ਜਿਸ ਵੇਲੇ ਆ ਬਚਨ ਕਿਹਾ ਗੁਰਮੁਖੋ, ਸਿਰ ਤੋਂ ਲੈ ਕੇ ਪੈਰਾਂ ਤੱਕ ਰਾਣੀ ਕੰਬ ਗਈ। ਉਸੇ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਫੜਦੇ ਸੀ, ਮਾਫੀ ਮੰਗੀ। ਕਹਿਣ ਲੱਗੇ ਸਤਿਗੁਰੂ ਤੁਹਾਡੀ ਛੋਟੀ ਉਮਰ ਵੇਖ ਕੇ ਮੇਰੇ ਮਨ ਵਿੱਚ ਭੜਕਣਾ ਪੈਦਾ ਹੋ ਗਈ ਸੀ, ਤਰਕ ਪੈਦਾ ਹੋ ਗਿਆ ਸੀ ਵੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਵੀ ਕੋਈ ਗੁਰੂ ਹੋ ਸਕਦਾ, ਕੋਈ ਸੰਗਤਾਂ ਦੀ ਗਵਾਹੀ ਕਰ ਸਕਦਾ? ਕਹਿ ਲਗੇ ਮੈਨੂੰ ਖਿਮਾ ਕਰ ਦੇ, ਮੇਰੇ ਕੋਲ ਭੁੱਲ ਹੋ ਗਈ। ਉਸ ਵੇਲੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ, ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਜ਼ਿਕਰ ਕੀਤਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬੜਾ ਸੋਹਣਾ ਉਪਦੇਸ਼ ਦਿੱਤਾ ਹੈ। ਕਹਿਣ ਲੱਗੇ ਰਾਣੀ ਪੂਰਬਲੇ ਕਰਮ ਚੰਗੇ ਸਨ, ਪਿਛਲੇ ਜਨਮ ਦੇ ਵਿੱਚ ਚੰਗੇ ਕਰਮ ਕੀਤੇ ਸੀ, ਕਿਤੇ ਭਗਤੀ ਕੀਤੀ ਸੀ, ਅੱਜ ਰਾਣੀ ਬਣੀ ਬੈਠੀ, ਸਾਰੇ ਸੁੱਖ ਤੇਰੇ ਘਰ ਦੇ ਵਿੱਚ ਨੇ। ਕਹਿਣ ਲੱਗੇ ਅੱਜ ਗੁਰੂ ਤੇਰੇ ਘਰ ਦੇ ਵਿੱਚ ਆਇਆ, ਮੇਰਾ ਬਚਨ ਸਾਂਭ ਕੇ ਰੱਖੀ। ਪੁੱਛਿਆ ਕਿਹੜਾ? ਕਹਿਣ ਲੱਗੇ ਜੇ ਹੁਣ ਕਿਤੇ ਨਾਮ ਨਾ ਜਪਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੋਲੀ ਬਣਨਾ ਪੈ ਜੇ, ਭਾਵ ਦੁੱਖਾਂ ਦਾ ਸਾਹਮਣਾ ਕਰਨਾ ਪੈ ਜੇ। ਜੇ ਰੱਬ ਨੇ ਰਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਰਾਜੇ ਦੇ ਘਰ ਦੇ ਵਿੱਚ ਬੈਠੀ ਹੈ, ਅੱਜ ਸਾਰੇ ਸੁੱਖ ਤੇਰੀ ਝੋਲੀ ਵਿੱਚ ਪਾਏ ਨੇ। ਕਹਿਣ ਲੱਗੇ ਨਾਮ ਜਪ ਭਗਤੀ ਕਰ, ਅਗਲੇ ਜਨਮ ਦੇ ਵਿੱਚ ਵੀ ਸੁੱਖ ਮਿਲੇ। ਸੱਚ ਜੇ ਗੁਰਮੁਖੋ
ਇਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਗੁਰਤਾ ਗੱਦੀ ਪੁਰਬ ਕੱਲ੍ਹ ਮਨਾਇਆ ਨਾ, ਅੱਜ ਵੀ ਤੁਸੀਂ ਮਨਾ ਰਹੇ ਹੋ, ਉਸ ਗੁਰੂ ਦੇ ਕਹੇ ਹੋਏ ਬਚਨ ਨੇ। ਤੇ ਜੇ ਅੱਜ ਅਸੀਂ ਭਗਤੀ ਕਰਾਂਗੇ, ਸਿਮਰਨ ਕਰਾਂਗੇ, ਗੁਰੂ ਦੀ ਸੰਗਤ ਕਰਾਂਗੇ, ਨਾਮ ਜਪਾਂਗੇ, ਬਾਣੀ ਪੜਾਂਗੇ, ਤੇ ਸਾਡੀ ਜ਼ਿੰਦਗੀ ਵਿੱਚ ਵੀ ਸੁੱਖ ਆਏਗਾ, ਨਹੀਂ ਤੇ ਦੁੱਖਾਂ ਦੇ ਮਾਰ ਹੇਠ ਹੀ ਜ਼ਿੰਦਗੀ ਕੱਢਦੇ ਹਾਂ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅੱਜ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ, ਰਹਾਉ ਦੀ ਪੰਕਤੀ ਹੈ, ਸੁਣ ਪੰਡਤ ਕਰਮਾਕਾਰੀ। ਜੇ ਕਿਤੇ ਇੱਕ ਇੱਕ ਸ਼ਬਦ ਤੋਂ ਬਾਅਦ ਭਾਵ ਵਿਸਰਾਮ ਲਾ ਕੇ ਪੜਾਂਗੇ ਨਾ, ਤੇ ਅਰਥ ਬਹੁਤ ਸੁਖਾਲੇ ਹੋ ਜਾਣ। ਜੇ ਅਸੀਂ ਕਾਹਲੀ ਵਿੱਚ ਜਿਹਦਾ ਪਾਠ ਕਰਦੇ ਨਾ, ਜਦੋਂ ਉਦੋਂ ਤੇ ਆਪਾਂ ਧਿਆਨ ਨਹੀਂ ਦਿੰਦੇ, ਕਾਹਲੀ ਨਾਲ ਪਾਠ ਕਰ ਜਾਂਦੇ, ਸੁਣ ਪੰਡਤ ਕਰਮਾਕਾਰੀ। ਪਰ ਇੱਥੇ ਰੁਕਣਾ ਕਿੱਥੇ ਹੈ? ਸੁਣ ਤੋਂ ਭਾਵ ਹੈ ਮਹਾਰਾਜ ਸੰਬੋਧਨ ਕਰਕੇ ਕਹਿੰਦੇ ਪਏ ਨੇ ਪੰਡਤ ਜੀ ਨੂੰ, ਬ੍ਰਾਹਮਣ ਜੀ, ਪੰਡਤ ਜੀ ਸੁਣੋ, ਸੁਣ ਪੰਡਤ ਕਰਮਾਕਾਰੀ। ਹੇ ਕਰਮ ਕਾਂਡਾਂ ਵਿੱਚ ਲੱਗੇ ਹੋਏ ਪੰਡਤ ਜੀ, ਮੇਰੀ ਗੱਲ ਧਿਆਨ ਦੇ ਨਾਲ ਸੁਣੋ। ਦੇਖੋ, ਜੇ ਵਿਸਰਾਮ ਸਹੀ ਲੱਗ ਜੇ ਨਾ ਤੇ ਅਰਥ ਵੀ ਸਪਸ਼ਟ ਹੋ ਜਾਂਦੇ। ਜਿਤ ਕਰਮ ਸੁਖ ਉਪਜੈ ਭਾਈ, ਇੱਥੇ ਵਿਸਰਾਮ ਲਾਉਣਾ। ਚਲੋ ਜਦੋਂ ਪਾਠ ਕਰਦੇ ਹੁੰਦੇ ਤੇ ਇੱਕੋ ਸਾਹ ਵਿੱਚ ਹੀ ਆਪਾਂ ਪੰਕਤੀ ਪੜ੍ਹ ਜਾਂਦੇ, ਕੋਈ ਗੱਲ ਨਹੀਂ। ਪਰ ਜੇ ਇਹਦੇ ਅਰਥਾਂ ਨੂੰ ਸਮਝਣਾ ਨਾ, ਬਾਣੀ ਦੇ ਅਰਥਾਂ ਨੂੰ, ਤੇ ਵਿਸਰਾਮ ਸਹੀ ਜਗ੍ਹਾ ਤੇ ਲੱਗਣੇ ਬਹੁਤ ਜ਼ਰੂਰੀ, ਨਹੀਂ ਤੇ ਅਰਥਾਂ ਦੇ ਅਨਰਥ ਹੋ ਜਾਣਗੇ। ਜਿਤ ਕਰਮ, ਇੱਥੇ ਕਰਮ ਤੋਂ ਭਾਵ ਹੈ ਕੰਮ, ਵੀ ਜਿਹੜਾ ਕੰਮ ਕਰਨ ਦੇ ਨਾਲ ਸੁਖ ਉਪਜੈ ਭਾਈ। ਹੇ ਮੇਰੇ ਭਰਾਵਾ, ਹੇ ਸਜਣਾ, ਜਿਹੜਾ ਕੰਮ ਕਰਨ ਦੇ ਨਾਲ ਸੁਖ ਪੈਦਾ ਹੋਏਗਾ ਉਹ ਕੰਮ ਕਰਿਆ ਕਰ। ਸੋ ਆਤਮ ਤਤ ਵਿਚਾਰੀ, ਉਹ ਕੰਮ ਕਰ। ਹੁਣ ਸਵਾਲ ਪੈਦਾ ਹੁੰਦਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛੀਏ, ਮਹਾਰਾਜ ਕਿਹੜਾ ਕੰਮ ਕਰਨ ਦੇ ਨਾਲ, ਕਰਮ ਜਿਤ ਕਰਮ, ਕਿਹੜਾ ਕਰਮ ਕਰਨ ਦੇ ਨਾਲ ਸੁਖ ਪੈਦਾ ਹੋਏਗਾ? ਅੱਜ ਕਿਹੜਾ ਸਿੱਖ ਹੈ ਜਿਹੜਾ ਗੁਰਦੁਆਰੇ ਆਣ ਕੇ ਅਰਦਾਸ ਨਹੀਂ ਕਰਦਾ, ਮਹਾਰਾਜ ਮੇਰੇ ਘਰ ਦੇ ਵਿੱਚ ਸੁੱਖਾਂ ਦੀ ਦਾਤ ਬਖਸ਼ਿਸ਼ ਕਰੋ? ਸਾਰੇ ਆਪਾਂ ਅਰਦਾਸ ਕਰਦੇ ਨੇ, ਮਹਾਰਾਜ ਦੁੱਖਾਂ ਤੋਂ ਖਹਿੜਾ ਛਿੜ ਜਾਏ, ਸੁੱਖ ਮਿਲ ਜਾਏ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਪੰਡਤ ਨੂੰ ਕਹਿੰਦੇ ਪਏ ਨੇ, ਉਹ ਪੰਡਤ ਜੀ, ਉਹ ਮੇਰੇ ਭਰਾਵਾ ਆ ਕੰਮ ਕਰ ਜੇ ਸੁੱਖ ਚਾਹੁੰਦੇ। ਤੇ ਪੁੱਛੇ ਗੁਰੂ ਨਾਨਕ ਦੇਵ ਮਹਾਰਾਜ ਜੀ, ਕਿਹੜੇ ਕਰਮ ਕਰੀਏ ਜਿਹਦੇ ਨਾਲ ਸਾਨੂੰ ਵੀ ਸੁੱਖ ਮਿਲ ਜਾਏ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇੱਕ ਬਚਨ ਪੱਲੇ ਬਣ ਜਾਏ, ਜਿਹਦੇ ਨਾਲ ਮਹਾਰਾਜ ਜੀ ਕਹਿੰਦੇ ਨੇ ਦੁੱਖਾਂ ਤੋਂ ਖਹਿੜਾ ਹੀ ਛੁੱਟ ਜਾਏ, ਲੋਕ ਵੀ ਸੁਖੀ ਹੋ ਜਾਏਗਾ, ਪਰਲੋਕ ਵੀ ਸੁਖੀ ਹੋ ਜਾਏਗਾ। ਉਹ ਕਿਹੜਾ ਕਰਮ ਹੈ? ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੁੱਛ ਲਓ। ਉਹ ਕਹਿੰਦੇ ਨੇ, ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਰੰਜਨ। ਜੇ ਕਹਿ ਲਗੇ ਜ਼ਿੰਦਗੀ ਵਿੱਚ ਸੁੱਖ ਚਾਹੁੰਦਾ ਨਾ, ਤੇ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। ਕਿਉਂਕਿ ਪੰਡਤ ਨੂੰ ਮਹਾਰਾਜ ਸੰਬੋਧਨ ਕਰਕੇ ਕਹਿੰਦੇ ਤੇ ਇਹ ਬਚਨ ਕੱਲੇ ਪੰਡਤ ਵਾਸਤੇ ਨਹੀਂ, ਹਰੇਕ ਮਨੁੱਖ ਵਾਸਤੇ। ਮਹਾਰਾਜ ਕਹਿਣ ਲੱਗੇ, ਜੇ ਸੁੱਖ ਚਾਹੁੰਦਾ ਤੇ ਕਰਮ ਕਾਂਡ ਕਰਕੇ ਸੁੱਖ ਨਹੀਂ ਮਿਲਣਾ। ਕਰਮ ਕਾਂਡ, ਉਹ ਕਰਮ ਕਿਹੜੇ ਕਰਦੀ ਸਨ? ਸੂਰਜ ਦੀ ਪੂਜਾ ਕਰਨੀ, ਉਹ ਕਿਹੜੇ ਕਰਮ ਕਰਦੇ ਸਨ? ਪਿੱਪਲਾਂ ਦੀ ਪੂਜਾ ਕਰਨੀ, ਉਹ ਕਿਹੜੇ ਕਰਮ ਕਰਦੇ ਸਨ? ਧੂਣੀਆਂ ਤਪਾਉਣੀਆਂ। ਮਹਾਰਾਜ ਕਹਿਣ ਲੱਗੇ, ਇਹਨਾਂ ਦੇ ਨਾਲ ਆਤਮਾ ਨੂੰ ਸੁੱਖ ਨਹੀਂ ਮਿਲਣਾ, ਇਹਦੇ ਨਾਲ ਅੰਦਰ ਦਾ ਸੁੱਖ ਨਹੀਂ ਮਿਲਣਾ। ਜੇ ਅੰਦਰ ਦਾ ਸੁੱਖ ਚਾਹੁੰਦਾ ਹੈ ਤੇ ਪ੍ਰਮਾਤਮਾ ਦਾ ਨਾਮ ਜਪਿਆ ਕਰ। ਹੁਣ ਵੇਖੋ ਗੁਰਮਖੋ, ਬਾਣੀ ਅਸੀਂ ਪੜ੍ਹ ਜਾਂਦੇ ਹਾਂ, ਪਰ ਜੇ ਇੱਕ ਪੰਕਤੀ ਵੀ ਹਿਰਦੇ ਵਿੱਚ ਵਸ ਜਾਏ ਤੇ ਪਤਾ ਲੱਗ ਜੇ ਕਿਵੇਂ ਸੁੱਖ ਮਿਲੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਪੜ੍ਹ ਲਈਏ, ਕਿਉਂਕਿ ਜਿਹੜੀਆਂ ਤੁਸੀਂ ਸਿੱਖ ਸੰਗਤਾਂ ਹਾਜ਼ਰੀ ਭਰਦੇ ਹੋ ਨਾ, ਮੈਨੂੰ ਪਤਾ ਤੁਸੀਂ ਘਰਾਂ ਦੇ ਵਿੱਚ ਉਹ ਪਾਠ ਰੋਜ਼ ਕਰਦੇ ਹੋ, ਤੇ ਇਹੋ ਜਿਹੇ ਵੀ ਗੁਰਮੁਖ ਪਿਆਰੇ ਨੇ ਜਿਹੜੇ 2-2 ਪਾਠ ਸੁਖਮਣੀ ਸਾਹਿਬ ਦੇ ਰੋਜ਼ ਕਰਦੇ ਨੇ। ਕਿਵੇਂ ਸੁੱਖ ਪੈਦਾ ਹੋਵੇ? ਪਹਿਲੀ ਪੰਕਤੀ ਪੜ੍ਹ ਲਈਏ। ਮਹਾਰਾਜ ਜੀ ਕਹਿੰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਬੰਦਿਆ, ਜੇ ਸੁੱਖ ਚਾਹੁੰਦਾ ਤੇ ਸਿਮਰਿਆ ਕਰ। ਕਿਹਨੂੰ ਸਿਮਰੀਏ ਜੀ? ਇੱਕ ਪਰਮਾਤਮਾ ਨੂੰ। ਪਰਮਾਤਮਾ ਨੂੰ ਸਿਮਰਨਾ ਕਿਵੇਂ ਹੈ? ਜਿਹੜਾ ਵਾਹਿਗੁਰੂ ਨਾਮ ਜਪਦੇ ਨਾ ਆਪਾਂ, ਇਹਦਾ ਸਿਮਰਨ ਕਰਨਾ, ਉਹਨੂੰ ਯਾਦ ਕਰਨਾ। ਸਿਮਰਨ ਦੇ ਨਾਲ ਸੁੱਖ ਮਿਲਦਾ ਹੈ। ਕਰਮ ਕਾਂਡਾਂ ਦੇ ਵਿੱਚੋਂ ਕਦੀ ਸੁੱਖ ਨਹੀਂ। ਸੁਣ ਪੰਡਤ ਕਰਮਾਕਾਰੀ, ਇਹ ਕਰਮ ਕਾਂਡਾਂ ਵਿੱਚ ਲੱਗੇ ਹੋਏ ਪੰਡਤ ਜੀ, ਮੇਰੇ ਬਚਨਾਂ ਨੂੰ ਸੁਣ। ਜਿਤ ਕਰਮ ਸੁਖ ਉਪਜੈ ਭਾਈ, ਜਿਹੜਾ ਕੰਮ ਕਰਨ ਦੇ ਨਾਲ ਸੁੱਖ ਪੈਦਾ ਹੁੰਦਾ ਉਹ ਕੰਮ ਕਰ। ਆਤਮ ਤਤ ਵਿਚਾਰੀ ਭਾਈ ਸਜਣਾ, ਆ ਹੈ ਅੰਦਰ ਦਾ ਆਤਮਾ ਨੂੰ ਸੁੱਖ। ਪਰਮਾਤਮਾ ਦੀ ਬੰਦਗੀ ਕਰਨੀ, ਕਰਮ ਕਾਂਡਾਂ ਨੂੰ ਛੱਡ ਦੇਣਾ। ਪਹਿਲੀ ਪੰਕਤੀ ਹੈ, ਆਸਾ ਮਨਸਾ
ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਹੁਣ ਵੇਖੋ ਬੰਦਾ ਦੁਖੀ ਪਤਾ ਕਿਉਂ ਹੁੰਦਾ? ਇਹ ਬੰਧਨਾਂ ਵਿੱਚ ਵੱਜ ਗਿਆ ਹੈ। ਕਿਸੇ ਬੰਦੇ ਦੇ ਤੁਸੀਂ ਪੈਰਾਂ ਨੂੰ ਸੰਗਲ ਬੰਨ੍ਹਦੇ ਹੋ, ਰੱਸਾ ਬੰਨ੍ਹਦੇ ਹੋ, ਵੱਜ ਜਾਂਦਾ ਹੈ ਨਾ। ਤੇ ਇੱਕ ਕੈਦੀ ਬੰਦੇ ਦੇ ਅੰਦਰ ਕਦੀ ਸੁੱਖ ਆ ਸਕਦਾ ਹੈ? ਕੈਦੀ ਬੰਦਾ ਸੁਖੀ ਹੋ ਸਕਦਾ? ਨਹੀਂ, ਦੁਖੀ। ਮਹਾਰਾਜ ਕਹਿਣ ਲੱਗੇ ਤੈਨੂੰ ਬੰਨ ਲਿਆ ਏ। ਪੁੱਛਿਆ ਜੀ ਕਿੰਨੇ ਬੰਨ ਲਿਆ? ਮੈਂ ਤੇ ਆਜ਼ਾਦ ਤੁਰਿਆ ਫਿਰਦਾ। ਮਹਾਰਾਜ ਕਹਿਣ ਲੱਗੇ ਮਾਇਆ ਦੇ ਫੁਰਨਿਆਂ ਨੇ ਬੰਨ ਲਿਆ, ਮਾਇਆ ਨੇ ਜਕੜ ਲਿਆ ਹੈ ਤੈਨੂੰ। ਮਾਇਆ ਗੁਰਦੁਆਰੇ ਨਹੀਂ ਜਾਣ ਦਿੰਦੀ, ਮਾਇਆ ਦਾ ਮੋਹ ਬਾਣੀ ਨਹੀਂ ਪੜ੍ਹਨ ਦਿੰਦੀ, ਮਾਇਆ ਦਾ ਮੋਹ ਨਾਮ ਨਹੀਂ ਜਪਣ ਦਿੰਦੀ। ਹੁਣ ਵੇਖੋ ਅੱਜ ਆਪਾਂ ਇਹੀ ਕਹਿੰਦੇ ਨਾ, ਜਦੋਂ ਆਪਾਂ ਕਹਿ ਦਿੰਦੇ ਵੀ ਬਾਣੀ ਪੜ੍ਹਨੀ ਚਾਹੀਦੀ, ਸਿਮਰਨ ਕਰਨਾ ਚਾਹੀਦਾ, ਤੇ ਬੰਦਾ ਕਹਿੰਦਾ ਮੇਰੇ ਕੋਲ ਤੇ ਸਮਾਂ ਹੀ ਨਹੀਂ, ਮੇਰੇ ਤੇ ਕੰਮ ਹੀ ਇੰਨੇ ਨੇ, ਮੇਰਾ ਤੇ ਬਿਜ਼ਨਸ ਇੰਨਾ ਖਲਾਰਾ ਫਿਰ ਮੈਨੂੰ ਤੇ ਰੋਟੀ ਖਾਣ ਦਾ ਸਮਾਂ ਨਹੀਂ, ਸੰਗਤ ਵਿੱਚ ਮੈਂ ਕਿੱਥੋਂ ਜਾਵਾਂ। ਇਹਦਾ ਭਾਵ ਉਸ ਚੀਜ਼ ਨੇ ਬੰਦੇ ਨੂੰ ਬੰਨ ਲਿਆ। ਤੇ ਜਦੋਂ ਮਾਇਆ ਵਿੱਚ ਬੰਦਾ ਵੱਜ ਜਾਂਦਾ ਹੈ ਨਾ, ਸੱਚ ਜਾਣੇ ਜੇ ਉਦੋਂ ਹੀ ਬੰਦਾ ਦੁਖੀ ਹੁੰਦਾ। ਤੇ ਇਹ ਇੱਕ ਬੰਦੇ ਦੀ ਹਾਲਾਤ ਨਹੀਂ, ਮਾਇਆ ਨੇ ਇੱਕ ਨੂੰ ਨਹੀਂ, ਦੋ ਨੂੰ ਨਹੀਂ, ਸਾਰੇ ਸੰਸਾਰ ਨੂੰ ਬੰਨ ਛੱਡਿਆ। ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਚਨ ਕਹਿਣੇ ਪਏ ਸੀ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਜਿਨ ਵਿਣ ਦੰਤਾ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਹਾਰਾਜ ਕਹਿਣ ਲੱਗੇ ਆਸਾ ਮਨਸਾ। ਮਨਸਾ ਦੇ ਅਰਥ ਹੁੰਦੇ ਨੇ ਮਨ ਵਿੱਚ ਫੁਰਨੇ ਪੈਦਾ ਹੋਣੇ। ਫਿਰ ਆਸ ਲਾ ਕੇ ਬੈ ਬੰਧਨੀ ਭਾਈ, ਇਹ ਸਾਰੇ ਬੰਧਨ ਨੇ ਜਿਹੜੇ ਗੁਰਦੁਆਰੇ ਨਹੀਂ ਜਾਣ ਦਿੰਦੇ, ਸਿਮਰਨ ਨਹੀਂ ਕਰਨ ਦਿੰਦੇ। ਕਰਮ ਧਰਮ ਬੰਧਕਾਰੀ। ਤੇ ਇਹਨਾਂ ਬੰਧਨਾਂ ਤੋਂ ਛੁੱਟਣ ਵਾਸਤੇ ਪੰਡਤ ਪਤਾ ਕੀ ਕਹਿੰਦੇ ਸੀ? ਕਰਮ ਕਾਂਡ ਕਰੋ, ਸੂਰਜ ਦੀ ਪੂਜਾ ਕਰੋ, ਪਿੱਪਲਾਂ ਦੀ ਪੂਜਾ ਕਰੋ, ਮੜੀਆਂ ਦੇ ਮੱਥਾ ਟੇਕੋ। ਮਹਾਰਾਜ ਕਹਿਣ ਲੱਗੇ ਇਹਨਾਂ ਦੇ ਨਾਲ ਇਸ ਮਾਇਆ ਦੇ ਪ੍ਰਭਾਵ ਤੋਂ ਤੂੰ ਨਹੀਂ ਬਚ ਸਕਦਾ। ਪਾਪ ਪੁੰਨ ਜਗ ਜਾਇਆ ਭਾਈ, ਬਿਨ ਸੈ ਨਾਮ ਵਸਾਰੀ। ਕਹਿਣ ਲੱਗੇ ਨਾਮ ਤੇ ਵਸਾਰ ਦਿੱਤਾ ਹੈ, ਨਾਮ ਤੇ ਭੁਲਾ ਦਿੱਤਾ ਹੈ, ਤੇ ਮਾਇਆ ਦੇ ਬੰਧਨ ਕਿਵੇਂ ਕੱਟੇ ਜਾਣਗੇ? ਆ ਕਰਮ ਕਾਂਡਾਂ ਨੇ ਬੰਧਨ ਨਹੀਂ ਕੱਟਣੇ, ਕੇਵਲ ਪਰਮਾਤਮਾ ਦੇ ਨਾਮ ਨੇ ਬੰਧਨ ਕੱਟਣੇ। ਤੇ ਸੱਚ ਜੇ ਗੁਰਮੁਖੋ ਜਿਹਦੇ ਅੰਦਰ ਨਾਮ ਵਸ ਜਾਂਦਾ ਹੈ ਨਾ, ਆ ਦੁਨੀਆ ਦੇ ਬੰਧਨ ਤੇ ਛੱਡੋ, ਉਹਦੇ ਤੇ ਜਮਾਂ ਦੇ ਬੰਧਨ ਵੀ ਕੱਟੇ ਜਾਂਦੇ ਨੇ। ਆ ਬੰਦੀ ਛੋੜ ਦਿਵਸ ਆਪਾਂ ਮਨਾ ਰਹੇ ਆ ਨਾ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਡੇ ਬੰਧਨ ਕੱਟ ਸਕਦਾ ਜੀ। ਪਰਮਾਤਮਾ ਦਾ ਨਾਮ ਹੀ ਸਾਡੇ ਬੰਧਨ ਕੱਟ ਸਕਦਾ ਜੀ, ਕਰਮ ਕਾਂਡ ਨਹੀਂ। ਅੱਗੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਇਹ ਮਾਇਆ ਜਗ ਮੋਹਣੀ ਭਾਈ। ਮੋਹਣੀ ਦੇ ਅਰਥ ਹੈ ਮਨ ਨੂੰ ਮੋਹ ਲੈਣ ਵਾਲੀ। ਕਹਿ ਲੱਗੀ ਆ ਇੱਕ ਮਾਇਆ ਹੀ ਹੈ ਚੰਦਰੀ, ਜਿਹੜੇ ਬੰਦੇ ਨੂੰ ਮਨ ਨੂੰ ਆਪਣੇ ਪਿੱਛੇ ਲਾਈ ਫਿਰਦੀ, ਸਾਰਿਆਂ ਮਨੁੱਖਾਂ ਨੂੰ ਆਪਣੇ ਪਿੱਛੇ ਲਾਈ ਫਿਰਦੀ। ਕਹਿਣ ਲੱਗੇ ਭਾਈ ਠੀਕ ਹੈ ਮਾਇਆ ਚਾਹੀਦੀ ਏ, ਪਰ ਮਾਇਆ ਦੇ ਨਾਲ ਵਾਹਿਗੁਰੂ ਦੀ ਮਾਇਆ ਵੀ ਚਾਹੀਦੀ। ਸਿਆਣੇ ਇੱਥੋਂ ਤੱਕ ਵੀ ਜ਼ਿਕਰ ਕਰਦੇ ਨੇ, ਮਸਕੀਨ ਸਾਹਿਬ ਕਹਿੰਦੇ ਨੇ ਬੰਦਿਆ ਵੇਖ ਤੂੰ ਪਦਾਰਥਾਂ ਪਿੱਛੇ ਭਜਦਾ ਨਾ, ਮਾਇਆ ਪਿੱਛੇ ਭਜਦਾ, ਤੇ ਇਹ ਤੇਰੇ ਹੱਥ ਵਿੱਚ ਨਹੀਂ ਆਉਣੀ। ਉਹ ਕਹਿੰਦੇ ਨੇ ਜਿਹੜੇ ਸੂਰਜ ਵੱਲ ਪਿੱਠ ਕਰ ਲੈਂਦੇ ਨੇ, ਪਰਛਾਵਾਂ ਅੱਗੇ ਅੱਗੇ ਭਜਦਾ ਜੀ, ਹੱਥ ਵਿੱਚ ਨਹੀਂ ਆਏਗਾ। ਪਰ ਜਿਹੜੇ ਸੂਰਜ ਵੱਲ ਮੂੰਹ ਕਰ ਲੈਂਦੇ ਨੇ ਨਾ, ਪਰਛਾਈ ਪਿੱਛੇ ਪਿੱਛੇ ਆਉਂਦੀ। ਉਹਨਾਂ ਦਾ ਕਹਿਣ ਦਾ ਭਾਵ ਪਤਾ ਕੀ ਸੀ? ਕਹਿਣ ਲੱਗੇ ਜਦੋਂ ਬੰਦਾ ਪਦਾਰਥਾਂ ਵੱਲ ਮਾਇਆ ਵੱਲ ਮੋਹ ਕਰਕੇ ਭਜਦਾ, ਮੈਂ ਫੜ ਲਵਾਂਗਾ, ਉਹਦੇ ਪਰਛਾਈ ਦੀ ਤਰ੍ਹਾਂ ਅੱਗੇ ਅੱਗੇ ਭਜਦੀ। ਪਰ ਜਦੋਂ ਬੰਦਾ ਗੁਰੂ ਵੱਲ ਤੇ ਪਰਮਾਤਮਾ ਵੱਲ ਮੁਖ ਕਰ ਲੈਂਦਾ ਹੈ, ਇਹ ਦੁਨੀਆ ਦੇ ਪਦਾਰਥ ਆਪਣੇ ਆਪ ਹੀ ਪਿੱਛੇ ਆ ਜਾਂਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੈ ਵੇਕਾਰੀ। ਇਸ ਮਾਇਆ ਨੇ ਮਨ ਨੂੰ ਮੋਹ ਲਿਆ, ਸਾਰੇ ਜਗਤ ਨੂੰ ਆਪਣੇ ਪਿੱਛੇ ਲਾ ਲਿਆ, ਬਿਨਾਂ ਦੰਦਾਂ ਤੋਂ ਖਾ ਲਿਆ ਹੈ। ਤੇ ਇਹਦੇ ਤੋਂ ਬਚਣ ਵਾਸਤੇ ਤੂੰ ਸੰਸਾਰ ਵਿੱਚ ਕਰਮ ਕਾਂਡ ਕਰਦਾ ਪਿਆ, ਨਹੀਂ ਇਹਨਾਂ ਤੋਂ ਬੰਦ ਖਲਾਸੀ ਹੋਣੀ। ਮੁੱਖ ਦੀ ਗੱਲ ਗੁਰਮੁਖੋ ਪਹਿਲੇ ਪਦੇ ਦੇ ਵਿੱਚ ਰਹਾਉ ਦੀ ਪੰਕਤੀ ਵਿੱਚ ਪੂਰੇ ਸ਼ਬਦ ਦਾ ਤੱਤ ਸਾਰ ਮਹਾਰਾਜ ਜੀ ਨੇ ਬਿਆਨ ਕਰਕੇ ਦੱਸ ਦਿੱਤਾ। ਛੱਡਦੇ ਕਰਮ ਕਾਂਡ, ਜੇ ਬੰਧਨਾਂ ਤੋਂ ਮੁਕਤ ਹੋਣਾ ਹੈ, ਜੇ ਸੰਸਾਰ ਦੇ ਝਮੇਲਿਆਂ ਤੋਂ ਮੁਕਤ ਹੋਣਾ ਹੈ, ਇੱਕ ਪਰਮਾਤਮਾ ਦੇ ਨਾਮ ਨੂੰ ਜਪ, ਤੇ ਨਾਮ ਉਹ ਜਪੇਗਾ ਜਿਹੜਾ ਗੁਰੂ ਚਰਨਾਂ ਨਾਲ ਜੁੜੇਗਾ। ਆਪ ਸੰਗਤਾਂ ਦੇ ਬਹੁਤ ਬਹੁਤ ਧੰਨਵਾਦ, ਕਿਉਂਕਿ ਇਸ ਪਾਵਨ ਅਸਥਾਨ 'ਤੇ ਤੁਸੀਂ ਰੋਜ਼ ਸਵੇਰੇ ਸ਼ਾਮ ਗੁਰਬਾਣੀ ਨਾਲ ਜੁੜਦੇ ਹੋ, ਕੀਰਤਨ ਨਾਲ ਜੁੜਦੇ ਹੋ। ਇਸੇ ਤਰ੍ਹਾਂ ਜੁੜੇ ਰਹੀਏ, ਕਿਉਂਕਿ ਗੁਰੂ ਨੇ ਤੇ ਪ੍ਰਮਾਤਮਾ ਦੇ ਨਾਮ ਨੇ ਸਾਡੇ ਜੀਵਨ ਵਿੱਚ ਲੋਕ ਤੇ ਪਰਲੋਕ ਸੋਲ੍ਹੇ ਬਣਾਉਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਨਿਮਾਣਿਆ ਕੇ ਮਾਣ ਨਿਤਾਣਿਆ ਕੇ ਤਾਣ, ਨਿਓਟਿਆਂ ਕੀ ਓਟ, ਨਿਆਸਰਿਆਂ ਕੇ ਆਸਰੇ। ਆਨੰਦ ਗੁਣੀ ਨਿਦਾਨ, ਧੰਨ ਗੁਰੂ ਗਰੀਬ ਨਿਵਾਜ। ਕਬੀਰ ਐਸਾ ਬੀਜ ਬੋਏ, ਕਬੀਰ ਐਸਾ ਬੀਜ ਬੋਏ, ਕਬੀਰ ਐਸਾ ਬੀਜ ਬੋਏ। ਕਬੀਰ ਐਸਾ ਬੀਜ ਬੋਏ, ਕਬੀਰ ਐਸਾ ਬੀਜ ਬੋਏ। 12 ਮਾਸ ਫਲੰਤ, 12 ਮਾਸ ਫਲੰਤ, ਕਬੀਰ ਐਸਾ ਬੀਜ ਬੋਏ, ਕਬੀਰ ਐਸਾ ਬੀਜ ਬੋਏ, ਕਬੀਰ ਐਸਾ ਬੀਜ ਬੋਏ। ਸੀਤਲ ਛਾਇਆ ਗਹਿਰ ਫਲ, ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ, ਪੰਖੀ ਕੇਲ ਕਰੰਤ। ਕਬੀਰ ਐਸਾ ਬੀਜ ਬੋਏ, ਕਬੀਰ ਐਸਾ ਬੀਜ ਬੋਏ। ਸੀਤਲ ਛਾਇਆ ਗਹਿਰ ਫਲ, ਸੀਤਲ ਛਾਇਆ ਗਹਿਰ ਫਲ, ਸੀਤਲ ਛਾਇਆ ਗਹਿਰ ਫਲ, ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ, ਪੰਖੀ ਕੇਲ ਕਰੰਤ। ਕਬੀਰ ਐਸਾ ਬੀਜ ਬੋਏ, ਕਬੀਰ ਐਸਾ ਬੀਜ ਬੋਏ, ਕਬੀਰ ਐਸਾ ਬੀਜ ਬੋਏ। 12 ਮਾਸ
ਫਲੰਤ। ਬਾਰਹ ਮਾਸ ਫਲੰਤ, ਬਾਰਹ ਮਾਸ ਫਲੰਤ। ਕਬੀਰ ਐਸਾ ਬੀਜ ਬੋਏ, ਕਬੀਰ ऐसा बीज बोए, कबीर ऐसा बीज बोए। बारह मास फलंत, बारह मास फलंत, बारह मास फलंत। कबीर ऐसा बीज बोए, कबीर ऐसा बीज बोए। कबीर ऐसा, कबीर ऐसा, कबीर ऐसा बीज बोए। ऐसा बीज बोए। ਤੂੰ ਪ੍ਰਭ ਦਾਤਾ दान मत पूरा, हम थारे भिखारी जियो। तू प्रभ दाता दान मत पूरा, हम थारे भिखारी जियो। हम थारे भिखारी जियो। मैं क्या मांगू किछ थिर न रहाई। मैं क्या मांगू किछ थिर न रहाई। मैं क्या मांगू किछ थिर न रहाई। हर दीजै नाम प्यारी जियो। हर दीजै नाम प्यारी जियो। तू प्रभ दाता दान मत पूरा, हम थारे भिखारी जियो। हम थारे भिखारी जियो। तू प्रभ दाता दान मत पूरा, हम थारे भिखारी जियो। हम थारे भिखारी जियो। घट घट राव रहया बनवारी। घट घट राव रहया बनवारी।
जल थल में ही अल गुप्तो वरतै जल थल में ही अल गुप्तो वरतै गुर शब्दी देख निहारी जियो गुर शब्दी देख निहारी जियो तू प्रभ दाता दान मत पूरा हम थारे भिखारी जियो हम थारे भिखारी जियो तू प्रभ दाता दान मत पूरा हम थारे भिखारी जियो हम थारे भिखारी जियो। मर्त प्याल आकाश दिखायो मर्त प्याल आकाश दिखायो गुर सतगुर कृपा कारी जियो गुर सतगुर कृपा कारी जियो सो ब्रह्म जोनी है पी होनी सो ब्रह्म जोनी है पी होनी घट भीतर देख मुरारी जियो घट भीतर देख मुरारी जियो तू प्रभ दाता दान मत पूरा हम थारे भिखारी जियो हम थारे भिखारी जियो तू प्रभ दाता दान मत पूरा हम थारे भिखारी जियो हम थारे भिखारी जियो। जन्म मरण को ए जग बपड़ो ए जग बपड़ो जन्म मरण को ए जग बपड़ो इन भगत विसारी जियो विसारी भगत विसारी जियो जन्म मरण को ए जग बपड़ो जन्म मरण को
ਬਪੂੜੋ। ਇਨ ਦੂਜੈ ਭਗਤ ਵਿਸਾਰੀ ਜੀਓ, ਇਨ ਦੂਜੈ ਭਗਤ ਵਿਸਾਰੀ ਜੀਓ। ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ, ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ। ਸਾਕਤ ਬਾਜੀ ਹਾਰੀ ਜੀਓ, ਸਾਕਤ ਬਾਜੀ ਹਾਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਹਮ ਥਾਰੇ ਭਿਖਾਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਹਮ ਥਾਰੇ ਭਿਖਾਰੀ ਜੀਓ। ਸਤਿਗੁਰ ਬੰਦਨ ਤੋੜ ਨਿਰਾਰੇ, ਸਤਿਗੁਰ ਬੰਦਨ ਤੋੜ ਨਿਰਾਰੇ। ਸਤਿਗੁਰ ਬੰਦਨ ਤੋੜ ਨਿਰਾਰੇ। ਸਤਿਗੁਰ 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 ਬੰਦਨ ਤੋੜ ਨਿਰਾਰੇ। ਬਹੁੜ ਨਾ ਗਰਭ ਮਝਾਰੀ ਜੀਓ, ਬਹੁੜ ਨਾ ਗਰਭ ਮਝਾਰੀ ਜੀਓ। ਨਾਨਕ ਗਿਆਨ ਰਤਨ ਪਰਗਾਸਿਆ, ਨਾਨਕ ਗਿਆਨ ਰਤਨ ਪਰਗਾਸਿਆ। ਹਰ ਮਨ ਵਸਿਆ ਨਿਰੰਕਾਰੀ ਜੀਓ, ਹਰ ਮਨ ਵਸਿਆ ਨਿਰੰਕਾਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਹਮ ਥਾਰੇ ਭਿਖਾਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਹਮ ਥਾਰੇ ਭਿਖਾਰੀ ਜੀਓ, ਹਮ ਥਾਰੇ ਭਿਖਾਰੀ ਜੀਓ, ਹਮ ਥਾਰੇ ਭਿਖਾਰੀ ਜੀ।